ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ। ਚਰਨਜੀਤ ਸਿੰਘ ਚੰਨੀ ਨਵੇਂ ਸੀਐਮ ਬਣ ਗਏ ਪੰਜਾਬ ਦੇ। ਕੈਬਨਿਟ ਦੇ ਵਿੱਚ ਵੀ ਨਵੇਂ ਚਿਹਰਿਆਂ ਨੂੰ ਐਂਟਰੀ ਮਿਲੀ ਹੈ ਔਰ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਵੀ ਡਿਪਾਰਟਮੈਂਟ ਬਦਲੇ ਗਏ। ਔਰ ਸਾਡੇ ਨਾਲ ਮੈਡਮ ਅਰੁਣਾ ਚੌਧਰੀ ਜੀ ਨੇ, ਇਹਨਾਂ ਨੂੰ ਵੀ ਮਿਲਿਆ ਰੈਵਨਿਊ ਡਿਪਾਰਟਮੈਂਟ। ਗੱਲਬਾਤ ਕਰਦੇ ਮੈਂ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ, ਧੰਨਵਾਦ ਬਹੁਤ ਬਹੁਤ। ਕਿਸ ਤਰ੍ਹਾਂ ਦੇਖਦੇ ਹੋ, ਸਮਾਂ ਬਹੁਤ ਘੱਟ ਹੈ, ਚੈਲੰਜ ਬਹੁਤ ਸਾਰੇ ਨੇ ਔਰ ਡਿਪਾਰਟਮੈਂਟ ਵੀ ਮਿਲਿਆ। ਪਹਿਲਾਂ ਗੁਰਪ੍ਰੀਤ ਸਿੰਘ ਕਾਂਗੜ ਹੋਣਾ ਦੇ ਕੋਲ ਸੀ, ਹੁਣ ਤੁਹਾਡੇ ਕੋਲ ਸਮਝਣ ਨੂੰ ਵੀ ਮੈਨੂੰ ਲੱਗਦਾ ਸਮਾਂ ਲੱਗ ਜਾਣਾ, ਜਾਂ ਜਿੱਦਾਂ ਹੀ ਅਨਾਉਂਸਮੈਂਟ ਹੋਈ ਦੇਖਣਾ ਸ਼ੁਰੂ ਕਰ ਦਿੱਤਾ? ਨਹੀਂ, ਮੈਂ ਤਾਂ ਹੁਣੇ ਜਾ ਰਹੀ ਹਾਂ ਜੁਆਇਨ ਕਰਨ। ਸ਼ਾਮ ਨੂੰ ਮੈਂ ਸੋਚ ਰਹੀ ਹਾਂ ਕਿ ਮੈਂ ਉਹਨਾਂ ਦੇ ਸਾਰੇ ਡਿਪਾਰਟਮੈਂਟ ਦੇ ਨਾਲ ਮੀਟਿੰਗਸ ਕਰ ਲਾਂ, ਆਫੀਸਰਸ ਦੇ ਨਾਲ, ਔਰ ਆਪਣੀ ਪ੍ਰਾਇੋਰਟੀਜ਼ ਫਿਕਸ ਕਰੀਏ ਕਿ ਜਿਵੇਂ ਤੁਸੀਂ ਪਹਿਲੇ ਕਿਹਾ ਕਿ ਸਮੇਂ ਘੱਟ ਹੈ, ਸੋ ਸਾਨੂੰ ਪ੍ਰਾਇੋਰਟੀਜ਼ ਫਿਕਸ ਕਰਾਂਗੇ, ਉਹਦੇ ਉੱਤੇ ਕੰਮ ਸ਼ੁਰੂ ਕਰ ਦਾਂਗੇ। ਕਿਉਂਕਿ ਸਮਾਂ ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ 3 ਮਹੀਨਿਆਂ ਦਾ ਸਮਾਂ ਤੁਹਾਡੇ ਕੋਲ ਕੰਮ ਕਰਨ ਨੂੰ। ਚੈਲੰਜ ਕਿਹੜੇ ਦੇਖਦੇ ਹੋ ਤੁਸੀਂ? ਕਿਹੜੇ ਵੱਡੇ ਚੈਲੰਜ ਹੋਣਗੇ ਤੁਹਾਡੀ ਸਰਕਾਰ ਦੇ ਕੋਲ? ਨਹੀਂ, ਸਰਕਾਰ ਦੇ ਕੋਲ ਚੈਲੰਜਸ ਤੇ ਬਹੁਤ ਹੈ, ਲੇਕਿਨ ਜਿਉਂ ਡਿਪਾਰਟਮੈਂਟ ਅਸੀਂ ਸੰਭਾਲਾਂਗੇ ਉਹਦੇ ਚੈਲੰਜਸ ਅਸੀਂ ਹਜੇ ਤੇ ਡਿਪਾਰਟਮੈਂਟ ਦਾ ਪਤਾ ਨਹੀਂ ਹੈ ਕਿ ਕਿਆ ਚੱਲਣਾ। ਅਸੀਂ ਪ੍ਰਾਇੋਰਟੀ ਅੱਜ ਹੀ ਫਿਕਸ ਕਰ ਲੈਣੀ ਹੈ, ਸੋ ਉਹਦੇ ਤੇ ਕੰਮ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਚੈਲੰਜਸ ਨੇ ਅਸੀਂ ਇਹ ਜਿੰਨਾ ਸਾਡੇ ਕੋਲ ਟਾਈਮ ਹੈ ਇਹਦੇ ਵਿੱਚ ਅਸੀਂ ਉਹਨੂੰ ਹੱਲ ਕਰ ਲਈਏ, ਜੋ ਮਸਲੇ ਨੇ ਉਹਨਾਂ ਨੂੰ ਹੱਲ ਕਰ ਲਈਏ। ਰੈਵਨਿਊ ਜਨਰੇਟ ਕਰਨਾ ਜਾਂ ਹੋਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਜਾਂ ਹਾਈ ਕਮਾਂਡ ਨੇ ਕਹਿ ਲਓ ਕਿ ਸੌਂਪੀਆਂ, ਤੁਹਾਡੇ ਤੇ ਬਹੁਤ ਉਮੀਦਾਂ ਨੇ। ਕਿਸ ਤਰ੍ਹਾਂ ਦੇਖੋਗੇ ਤੁਸੀਂ ਸਾਰੀਆਂ ਚੀਜ਼ਾਂ ਨੂੰ? ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਡਿਪਾਰਟਮੈਂਟ ਦੇ ਵਿੱਚ ਵੱਡੀਆਂ ਚੋਰੀਆਂ, ਇਸ ਤਰ੍ਹਾਂ ਦਾ ਵੀ ਬਹੁਤ ਕੁਝ ਚੱਲਦਾ ਹੈ। ਇੱਕ ਗੱਲ ਮੈਂ ਜ਼ਰੂਰ ਐਸ਼ੋਰ ਕਰਨਾ ਚਾਹੁੰਦੀ ਹਾਂ ਕਿ ਹਾਈ ਕਮਾਂਡ ਨੇ ਕੁਝ ਸੋਚ ਕੇ, ਸੀਐਮ ਸਾਹਿਬ ਨੇ ਕੁਝ ਸੋਚ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਏਗੀ। ਮੈਂ ਉਹਨਾਂ ਦੇ ਸੋਚ ਤੇ ਪੂਰਾ ਉਤਰਾਂਗੀ ਔਰ ਸਾਰਾ ਕੁਝ ਜੋ ਮੇਰੇ ਡਿਪਾਰਟਮੈਂਟ 'ਚ ਹੋਏਗਾ ਸਾਰਾ ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਏਗਾ ਔਰ ਕੋਸ਼ਿਸ਼ ਕਰਾਂਗੇ ਕਿ ਰੈਵਨਿਊ ਜਨਰੇਟਿੰਗ ਜਿਹੜਾ ਸਿਸਟਮ ਹੈ ਉਹਨੂੰ ਚੈਨਲਾਈਜ਼ ਕੀਤਾ ਜਾਏ ਔਰ ਬੜਾ ਸਮੂਥਲੀ ਜਿਹੜਾ ਰੈਵਨਿਊ ਹੈ ਉਹ ਸਰਕਾਰ ਦੇ ਵਾਸਤੇ ਇਕੱਠਾ ਹੋਵੇ। ਕਿਉਂਕਿ ਮੈਂ ਇਹ ਗੱਲ ਦਾ ਮੈਨੂੰ ਪਤਾ ਹੈ ਕਿ ਲੂਪ ਹੋਲਸ ਬਹੁਤ ਹੈ, ਲੇਕਿਨ ਉਹ ਲੂਪ ਹੋਲਸ ਨੂੰ ਪਲੱਗ ਕਰਨਾ ਵੀ ਮੇਰਾ ਫਰਜ਼ ਬਣਦਾ ਹੈ। ਸੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੇ ਇਸ ਚੈਲੰਜ ਨੂੰ ਕਬੂਲ ਕਰਾਂ ਔਰ ਇਹਦੇ 'ਤੇ ਖਰੀ ਉਤਰਾਂ। ਇਸ ਤੋਂ ਪਹਿਲਾਂ ਵੀ ਚਲੋ ਤੁਸੀਂ ਡਿਪਾਰਟਮੈਂਟ ਬੇਸ਼ੱਕ ਵੱਖਰਾ ਸੀ ਤੁਹਾਡੇ ਕੋਲ, ਲੋਕ ਇਸ ਤਰ੍ਹਾਂ ਲੂਪ ਹੋਲਸ ਦੀਆਂ ਜਾਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲੈ ਕੇ ਪਹੁੰਚਦੇ ਰਹੇ ਹੋਣਗੇ ਤੁਹਾਡੇ ਕੋਲ ਵੀ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਵੱਡੀਆਂ ਚੋਰੀਆਂ ਇਸ ਤਰ੍ਹਾਂ ਦੀਆਂ? ਨਹੀਂ, ਇਸ ਤਰ੍ਹਾਂ ਹੈ ਕਿ ਜੋ ਮੇਰੇ ਕੋਲ ਪਹਿਲੇ ਡਿਪਾਰਟਮੈਂਟ ਸੀ ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਡਿਵੈਲਪਮੈਂਟ, ਉਹਦੇ ਵਿੱਚ ਉਹ ਤਾਂ ਇੱਕ ਸੋਸ਼ਲ ਸਰਵਿਸ ਦਾ ਡਿਪਾਰਟਮੈਂਟ ਸੀਗਾ, ਉਹਦੇ 'ਚ ਕੋਈ ਰੈਵਨਿਊ ਜਨਰੇਟਿੰਗ ਡਿਪਾਰਟਮੈਂਟ ਨਹੀਂ ਸੀ। ਸੋ ਇਹ ਜਿਹੜਾ ਡਿਪਾਰਟਮੈਂਟ ਹੁਣ ਮਿਲਿਆ ਇਹ ਰੈਵਨਿਊ ਜਨਰੇਟਿੰਗ ਹੈ। ਸੋ ਇਹ ਦੋਨੋਂ ਹੀ ਕੰਟਰਾਸਟ ਹੈ ਬਿਲਕੁਲ, ਦੋਨੋਂ ਡਿਪਾਰਟਮੈਂਟਸ। ਸੋ ਉਹ ਵੀ ਇੱਕ ਚੈਲੰਜ ਸੀਗਾ ਮੇਰੇ ਵਾਸਤੇ, ਹੁਣ ਇਹ ਵੀ ਕਾਫੀ ਵੱਡਾ ਚੈਲੰਜ ਹੈ ਜਿਹਨੂੰ ਮੈਂ ਸਮਝਦੀ ਹਾਂ ਕਿ ਬਹੁਤ ਸਮਝ ਕੇ ਇਹਨੂੰ ਅੱਛੀ ਤਰ੍ਹਾਂ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਇਸ ਤੋਂ ਪਹਿਲਾਂ ਵੀ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਸੀ ਤੁਹਾਡੇ ਕੋਲ, ਮਹਿਲਾਵਾਂ ਦੇ ਨਾਲ ਜੁੜਿਆ ਹੋਇਆ, ਬੱਚਿਆਂ ਦੇ ਨਾਲ ਜੁੜਿਆ ਹੋਇਆ। ਕਿੰਨੇ ਕੁ ਕੰਮ ਮੰਨਦੇ ਹੋ ਤੁਸੀਂ ਜਿਹੜੇ ਤੁਸੀਂ ਪ੍ਰਾਇੋਰਟੀ ਤੇ ਕੀਤੇ ਜਾਂ ਜਿਹੜੇ ਤੁਹਾਨੂੰ ਲੱਗਦਾ ਕਿ ਆਹ ਕੰਮ ਬਹੁਤ ਵਧੀਆ ਕਰਤੇ, ਜਾਂ ਕੁਝ ਮਲਾਲ ਰਹੂਗਾ ਕਿ ਆਹ ਜਿਹੜੇ ਕੰਮ ਰਹਿ ਗਏ ਮੇਰੇ ਪਰ ਡਿਪਾਰਟਮੈਂਟ ਚੇਂਜ ਹੋ ਗਿਆ? ਇਸ ਤਰ੍ਹਾਂ ਹੈ ਕਿ ਮੇਰਾ ਕੋਈ ਵੀ ਕੰਮ ਜਿਹੜਾ ਹੈ ਉਹ ਪੈਂਡਿੰਗ ਨਹੀਂ ਹੈ, ਕਿਉਂਕਿ ਸਾਰੇ ਕੰਮ ਮੈਂ ਅੱਜ ਦੀ ਡੇਟ ਤੱਕ ਸਾਰੇ ਕੰਪਲੀਟ ਕਰ ਲਏ। ਜੋ ਮੇਰੇ ਸਾਹਮਣੇ ਚੈਲੰਜਸ ਸੀਗੇ, ਜਿਵੇਂ ਕਿ ਪੈਨਸ਼ਨ ਡਬਲ ਕਰਨ ਦਾ ਸੀ, ਓਲਡ ਏਜ ਪੈਨਸ਼ਨ ਮਹਿਲਾਵਾਂ ਦੀ, ਬੇਸਹਾਰਾ ਮਹਿਲਾਵਾਂ ਦੀ, ਵਿਡੋਜ਼ ਦੀ ਪੈਨਸ਼ਨ ਔਰ ਬੇਸਹਾਰਾ ਬੱਚਿਆਂ ਦੀ, ਦਿਵਿਆਂਗ ਜਨਾਂ ਦੀ ਪੈਨਸ਼ਨ, ਇਹ ਮੈਂ ਡਬਲ ਕੀਤੀ ਕਿਉਂਕਿ ਇਹ ਸਾਡਾ ਚੁਣਾਵੀ ਇੱਕ ਵਾਅਦਾ ਵੀ ਸੀ ਜਿਹਨੂੰ ਉਹ ਪੂਰਾ ਕਰਨਾ ਮੈਂ ਸਮਝਦੀ ਸੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹ ਕਰਨਾ ਚਾਹੀਦਾ ਆ। ਸੋ ਪੈਨਸ਼ਨ ਨੂੰ ਡਬਲ ਕਰਨਾ, 750 ਤੋਂ 1500 ਕਰਨਾ ਵੀ ਇੱਕ ਬਹੁਤ ਵੱਡਾ ਚੈਲੰਜ ਸੀ। ਸੋ 4000 ਕਰੋੜ ਰੁਪਇਆ ਇੱਕ ਬਹੁਤ ਵੱਡਾ ਸਰਕਾਰ ਦੇ ਬਜਟ ਦਾ ਹਿੱਸਾ ਇਹਦੇ ਉੱਤੇ ਖਰਚ ਹੋਏ ਕਰੇਗਾ। ਉਸ ਤੋਂ ਬਾਅਦ ਮਹਿਲਾਵਾਂ ਵਾਸਤੇ ਫ੍ਰੀ ਟਰਾਂਸਪੋਰਟ ਉਹ ਅਸੀਂ ਕੀਤੀ। ਉਸ ਤੋਂ ਬਾਅਦ 33% ਔਰਤਾਂ ਦੇ ਵਾਸਤੇ ਰਿਜ਼ਰਵੇਸ਼ਨ ਸਰਕਾਰੀ ਜੌਬਸ ਦੇ ਵਿੱਚ ਉਹ ਕੀਤੀ, ਔਰ 50% ਰਿਜ਼ਰਵੇਸ਼ਨ ਰੂਰਲ ਐਂਡ ਪੰਚਾਇਤ ਇਲੈਕਸ਼ਨਸ ਦੇ ਵਿੱਚ ਉਹ ਅਸੀਂ ਦਿੱਤੀ ਹੈ ਕਿ ਮਹਿਲਾਵਾਂ ਨੂੰ ਵੀ ਨਾਲ ਬਰਾਬਰੀ ਦਾ ਹੱਕ ਹੋਣਾ ਚਾਹੀਦਾ ਔਰ ਉਹਨਾਂ ਨੂੰ ਵੀ ਆਪਣਾ ਸਰਕਾਰੀ ਮਸ਼ੀਨਰੀ ਦੇ ਵਿੱਚ, ਸਰਕਾਰ ਦੇ ਵਿੱਚ ਆਪਣੀ ਗੱਲ ਕਹਿਣ ਦਾ ਬਰਾਬਰ ਦਾ ਹੱਕ ਮਿਲਣਾ ਚਾਹੀਦਾ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਲੇਕਿਨ ਉਹਨੂੰ ਇੰਪਲੀਮੈਂਟ ਕਰਨਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ। ਸੋ ਮੈਨੂੰ ਖੁਸ਼ੀ ਹੈ ਕਿ ਜੋ ਮੈਂ ਸੋਚਿਆ ਸੀ ਮੈਂ ਆਪਣੇ ਕੰਮਾਂ ਨੂੰ ਕੰਪਲੀਟ ਕਰ ਦਿੱਤਾ। ਪਿਛਲੀ ਸਰਕਾਰ ਕਹਿ ਲਓ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਜਿਹੜੀ ਸੀ, ਕਿਉਂਕਿ ਹੁਣ ਨਵੇਂ ਸੀਐਮ ਮਿਲ ਗਏ ਪੰਜਾਬ ਨੂੰ, ਲੋਕ ਕਹਿੰਦੇ ਕਿ ਕੰਮ ਕੁਝ ਨਹੀਂ ਹੋਈ 4.5 ਸਾਲ, ਪਰ ਜਿੱਦਾਂ ਤੁਸੀਂ ਕੰਮ ਬਹੁਤ ਸਾਰੇ ਗਿਣਾਏ ਨੇ ਕਿ ਤੁਸੀਂ ਆਪਦੇ ਡਿਪਾਰਟਮੈਂਟ ਦੇ ਖਾਸ ਤੌਰ ਤੇ ਕੰਮ ਤੁਸੀਂ ਮੁਕੰਮਲ ਕਰ ਦਿੱਤੇ, ਬਹੁਤ ਸਾਰੇ ਕੰਮ। ਪਰ ਹੁਣ ਕਿਸ ਤਰ੍ਹਾਂ ਦੇਖਦੇ ਹੋ ਨਵੇਂ ਸੀਐਮ ਨੂੰ? ਕੁਝ ਫਰਕ ਨਜ਼ਰ ਆਉਂਦਾ ਹੈ ਅਰੁਣਾ ਚੌਧਰੀ ਜੀ ਹੁਣਾਂ ਨੂੰ?
ਨਵੇਂ ਸੀਐਮ ਸਾਹਿਬ ਦੇ ਬਹੁਤ ਫਾਸਟ ਸਪੀਡ ਤੇ ਚੱਲ ਰਹੇ ਨੇ ਔਰ ਚੱਲਣਾ ਚਾਹੀਦਾ ਵੀ ਹੈ ਕਿਉਂਕਿ ਸਮੇਂ ਘੱਟ ਹੈ ਔਰ ਮੀਟਿੰਗਸ ਦਾ ਦੌਰ ਰਾਤ ਨੂੰ ਮੈਂ ਪਹਿਲੀ ਵਾਰੀ ਦੇਖਿਆ ਕਿ 12 ਵਜੇ ਤੱਕ ਮੀਟਿੰਗਸ ਚੱਲਦੀਆਂ ਨੇ ਸੈਕਟਰੀਏਟ ਜਿਹੜਾ ਖੁੱਲਾ ਹੁੰਦਾ ਸੋ ਅੱਛੀ ਗੱਲ ਹੈ ਕਿ ਇਹ ਸਾਰੇ ਆਫਿਸਰਸ ਵੀ ਕੰਮ ਕਰ ਰਹੇ ਹੁੰਦੇ ਨੇ ਔਰ ਇਸੇ ਤਰ੍ਹਾਂ ਸਾਨੂੰ ਆਪਣੇ ਡਿਪਾਰਟਮੈਂਟ 'ਚ ਵੀ ਕੰਮ ਕਰਨਾ ਪਏਗਾ ਤੋ ਮੈਨੂੰ ਲੱਗਦਾ ਕਿ ਅਸੀਂ ਇਹਦੇ ਵਾਸਤੇ ਬਿਲਕੁਲ ਤਿਆਰ ਹਾਂ ਮੈਂਟਲੀ ਪ੍ਰਿਪੇਅਰਡ ਹਾਂ ਮੈਂ ਅੱਜ ਹੀ ਇਹਨੂੰ ਜੁਆਇਨ ਕਰ ਰਹੀ ਹਾਂ ਔਰ ਅੱਜ ਹੀ ਮੈਂ ਆਪਣੇ ਆਫਿਸ ਡਿਪਾਰਟਮੈਂਟ ਦੀ ਮੀਟਿੰਗ ਜਿਹੜੀ ਉਹ ਬੁਲਾ ਰਹੀ ਹਾਂ ਤੁਹਾਡਾ ਪਰਿਵਾਰ ਜਿਹੜਾ ਸਿਆਸੀ ਪਰਿਵਾਰ ਤੁਹਾਡੇ ਸਹੁਰਾ ਸਾਹਿਬ ਵੀ ਲੰਬਾ ਸਮਾਂ ਉਹਨਾਂ ਨੇ ਸਿਆਸਤ ਕੀਤੀ ਔਰ ਕਿਸ ਤਰ੍ਹਾਂ ਦੇਖਿਆ ਜਾਵੇ ਤੁਹਾਡਾ ਤਜਰਬਾ ਕੀ ਕਹਿੰਦਾ ਜਾਂ ਬਹੁਤ ਸਾਰੀਆਂ ਚੀਜ਼ਾਂ ਵਾਚ ਕੀਤੀਆਂ ਹੋਣੀਆਂ ਤੁਸੀਂ ਕਿਉਂਕਿ ਲੋਕ ਹੁਣ ਤੱਕ ਇਹ ਬਲੇਮ ਕਰਦੇ ਰਹੇ ਕਿ ਸਰਕਾਰ ਨੇ ਕੀਤਾ ਕੁਝ ਵੀ ਨਹੀਂ ਕਿਉਂਕਿ ਸਮਾਂ ਬਹੁਤ ਘੱਟ ਆ ਤੁਹਾਡੇ ਕੋਲ ਤੁਹਾਨੂੰ ਕੀ ਲੱਗਦਾ 2022 ਤੋਂ ਪਹਿਲਾਂ ਲੋਕ ਐਕਸੈਪਟ ਕਰਨਾ ਸ਼ੁਰੂ ਕਰ ਦੇਣਗੇ ਕਾਂਗਰਸ ਨੂੰ ਕਿਉਂਕਿ ਹੁਣ ਤੱਕ ਤਾਂ ਹਾਲਾਤ ਬਹੁਤ ਖਸਤਾ ਹੁੰਦੇ ਜਾ ਰਹੇ ਸੀ ਗਰਾਊਂਡ ਤੇ ਦੇਖੋ ਐਸਾ ਨਹੀਂ ਹੈ ਕਿ ਬਿਲਕੁਲ ਹੀ ਕੋਈ ਕੰਮ ਨਹੀਂ ਹੋਇਆ ਕੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੇ ਡਿਪਾਰਟਮੈਂਟ ਦਾ ਤੇ ਸਾਰੇ ਹੀ ਕੰਮ ਹੋ ਗਏ ਆ ਔਰ 100% ਜਿਹੜੇ ਕੰਮ ਸੀਗੇ ਉਹ ਮੈਂ ਲੈ ਕੇ ਚੱਲੀ ਸੀ ਉਹ ਸਾਰੇ ਕੰਪਲੀਟ ਹੋ ਗਏ ਆ ਔਰ ਹਾਂ ਇਹ ਜ਼ਰੂਰ ਹੈ ਕਿ ਓਵਰਆਲ ਬਾਕੀ ਡਿਪਾਰਟਮੈਂਟਸ ਕਈਆਂ 'ਚ ਕੰਮ ਨਹੀਂ ਵੀ ਹੋ ਸਕਦਾ ਸੋ ਅਸੀਂ ਇਹਨਾਂ ਛੋਟੇ ਸਪੈਨ ਦੇ ਵਿੱਚ ਇਹਨੂੰ ਪੂਰਾ ਕਰਾਂਗੇ ਬਾਕੀ ਤੁਸੀਂ ਗੱਲ ਕੀਤੀ ਹੈ ਕਿ ਮੇਰੀ 3rd ਜਨਰੇਸ਼ਨ ਹੈ ਕਾਂਗਰਸ ਪਾਰਟੀ ਦੇ ਵਿੱਚ ਮੇਰੇ ਫਾਦਰ ਇਨ ਲਾਅ ਚੌਧਰੀ ਜੈਮੁਨੀ ਜੀ ਉਹ 1967 ਤੋਂ ਫਾਊਂਡਰ ਐਮਐਲਏ ਸੀਗੇ ਦੀਨਾਨਗਰ ਦੇ ਸੋ ਉਦੋਂ ਦੀ ਸਿਆਸਤ ਸਾਡੀ ਚੱਲੀ ਹੋਈ ਹੈ ਔਰ 25 ਸਾਲ ਉਹ ਐਮਐਲਏ ਰਹੇ ਨੇ ਉਹਦੇ ਬਾਅਦ ਮੈਨੂੰ ਮੌਕਾ ਮਿਲਿਆ 20 ਸਾਲ ਮੈਨੂੰ ਹੋ ਗਏ ਸੋ ਪਹਿਲੀ ਵਾਰੀ ਮੈਂ ਮੰਤਰੀ ਬਣੀ ਆ ਸੋ ਬੜਾ ਅੱਛਾ ਐਕਸਪੀਰੀਅੰਸ ਰਿਹਾ ਮੇਰੇ ਕੋਲ ਡਿਪਾਰਟਮੈਂਟਸ ਐਜੂਕੇਸ਼ਨ ਵੀ ਰਿਹਾ ਟਰਾਂਸਪੋਰਟ ਵੀ ਰਿਹਾ ਔਰ ਸਾਰਿਆਂ 'ਚ ਮੈਂ ਕੁਛ ਨਾ ਕੁਛ ਆਪਣੀ ਵਿਜ਼ਿਬਿਲਿਟੀ ਦਿਖਾਈ ਹੈ ਜਿਵੇਂ ਐਜੂਕੇਸ਼ਨ ਦੇ ਵਿੱਚ ਪ੍ਰੀ ਪ੍ਰਾਇਮਰੀ ਅਸੀਂ ਸ਼ੁਰੂ ਕੀਤੀ ਔਰ ਜਿਹੜਾ ਉਹਦੇ ਵਿੱਚ ਜਿਹੜੀ ਹੈ ਟੀਚਰਸ ਨੂੰ ਰੈਸ਼ਨਲਾਈਜੇਸ਼ਨ ਟੀਚਰਸ ਦੀ ਹੋਈ ਹੈ ਔਰ ਟਰਾਂਸਫਰ ਪਾਲਿਸੀ ਬਣਾਈ ਉਹਦੇ ਬਾਅਦ ਟਰਾਂਸਪੋਰਟ ਦੇ ਵਿੱਚ ਜਦੋਂ ਮੇਰੇ ਕੋਲ ਆਇਆ ਉਸ ਸਪੈਨ ਦੇ ਵਿੱਚ 300 ਨਵੀਆਂ ਬੱਸਾਂ ਅਸੀਂ ਪਾਈਆਂ ਕਿਉਂਕਿ ਅਸੀਂ ਇਹੀ ਕਰ ਸਕਦੇ ਹਾਂ ਕਿ ਜੇ ਪ੍ਰਾਈਵੇਟ ਬੱਸਿਸ ਨੂੰ ਕੱਟ ਕਰਨ ਵਾਸਤੇ ਜਾਂ ਉਹਨਾਂ ਦਾ ਬਿਜ਼ਨਸ ਕੱਟ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਬੱਸਾਂ ਇਨਕਰੀਜ਼ ਕਰ ਦਈਏ ਤਾਂ ਹੀ ਕੁਝ ਹੋ ਸਕਦਾ ਨਾ ਕੰਪੀਟੀਸ਼ਨ ਤੇ ਤਾਂ ਹੀ ਹੋਏਗਾ ਸੋ ਉਹ ਕੀਤਾ ਹੁਣ ਜਿਹੜੇ ਮੈਂ ਤੁਹਾਨੂੰ ਆਪਣੇ ਡਿਪਾਰਟਮੈਂਟ ਦੇ ਬਾਰੇ 'ਚ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਬਾਰੇ 'ਚ ਵੀ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਸੋ ਕੋਸ਼ਿਸ਼ ਕਰਾਂਗੇ ਕਿ ਹੁਣ ਰੈਵਨਿਊ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਇਹਦੇ ਵਿੱਚ ਵੀ ਅਸੀਂ ਆਪਣੀ ਕੁਝ ਕਾਰਗੁਜ਼ਾਰੀ ਜਿਹੜੀ ਹੈ ਬਿਹਤਰ ਤਰੀਕੇ ਨਾਲ ਕਰਕੇ ਦੱਸੀਏ ਆਖਰੀ ਸਵਾਲ ਰਹੇਗਾ ਮੈਂ ਮੇਰਾ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਡਾਇਰੈਕਟ ਇਨ ਟੱਚ ਰਹੋਗੇ ਹੁਣ ਤੁਸੀਂ ਪਰ ਹੁਣ ਤੱਕ ਉਹ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ ਇਸ ਤਰ੍ਹਾਂ ਦੇ ਮੀਮਸ ਬਹੁਤ ਬਣਦੇ ਰਹੇ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਪਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਰੈਵਨਿਊ ਲੈ ਕੇ ਆਉਣਾ ਪਿਆ ਕਰਨਾ ਰੈਵਨਿਊ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੁਹਾਨੂੰ ਜੀ ਦੇਖੋ ਇਸ ਤਰ੍ਹਾਂ ਹੈ ਕਿ ਮਨਪ੍ਰੀਤ ਬਾਦਲ ਜੀ ਦੇ ਉੱਤੇ ਬਹੁਤ ਬੜੀ ਜ਼ਿੰਮੇਵਾਰੀ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਦਾ ਖਜ਼ਾਨਾ ਜਿਹੜਾ ਹੈ ਉਹ ਵਾਕਈ ਕਾਫੀ ਬੁਰੀ ਹਾਲਤ ਸੀ ਜਦੋਂ ਅਸੀਂ ਟੇਕ ਓਵਰ ਕੀਤਾ 2017 'ਚ ਇਹ ਉਹਨਾਂ ਦੀ ਬਦੌਲਤ ਹੀ ਅਸੀਂ ਜੋ ਵੀ ਇਹ ਲੋਕਾਂ ਦੇ ਵਾਸਤੇ ਵੈਲਫੇਅਰ ਸਕੀਮਸ ਅਸੀਂ ਕਰ ਸਕੇ ਹਾਂ ਇਹ ਉਹਨਾਂ ਦੇ ਵਾਸਤੇ ਹੀ ਉਹਨਾਂ ਦੀ ਵਜ੍ਹਾ ਨਾਲ ਹੀ ਕਰ ਸਕੇ ਹਾਂ ਔਰ ਉਹ ਠੀਕ ਕਹਿ ਰਹੇ ਨੇ ਕਿ ਰੈਵਨਿਊ ਜਨਰੇਸ਼ਨ 'ਚ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਤੇ ਲੂਪ ਹੋਲਸ ਜਿਹੜੇ ਨੇ ਉਹਨਾਂ ਨੂੰ ਪਲੱਗ ਕਰਨ ਦੀ ਜ਼ਰੂਰਤ ਹੈ ਉਹ ਅਸੀਂ ਮੈਨੂੰ ਲੱਗਦਾ ਕਿ ਰਲ ਮਿਲ ਕੇ ਅਸੀਂ ਸਾਡੀ ਐਜ਼ ਅ ਟੀਮ ਕੰਮ ਕਰਾਂਗੇ ਔਰ ਗਵਰਨਮੈਂਟ ਦੀ ਰੈਵਨਿਊ 'ਚ ਵਧਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਅਰੁਣਾ ਚੌਧਰੀ ਜੀ ਸਾਡੇ ਨਾਲ ਮੌਜੂਦ ਸਨ ਅਰੁਣਾ ਚੌਧਰੀ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਰੈਵਨਿਊ ਮਿਨਿਸਟਰ ਬਣਾਇਆ ਗਿਆ ਔਰ ਕਹਿ ਰਹੇ ਨੇ ਕਿ ਜਿੰਨੇ ਵੀ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਕੀਤਾ ਜਾਏਗਾ ਤੇ ਪਹਿਲਾਂ ਜੋ ਮਹਿਕਮਾ ਸੀ ਇਹਨਾਂ ਦੇ ਕੋਲ ਕਹਿੰਦੇ ਕਿ ਉਸ ਦੇ ਵਿੱਚ ਵੀ ਬਹੁਤ ਕੰਮ ਕੀਤੇ ਆ ਮਹਿਲਾਵਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਬਹੁਤ ਸਾਰੇ ਕੰਮ ਕੀਤੇ ਨੇ ਜਿਹੜੇ ਮੈਨੀਫੈਸਟੋ 'ਚ ਕਹਿੰਦੇ ਅਸੀਂ ਵਾਅਦੇ ਕਰਕੇ ਆਏ ਸੀ ਖਾਸ ਤੌਰ ਤੇ ਉਹ ਪੂਰੇ ਕਰਨਾ ਸਾਡੇ ਲਈ ਚੈਲੰਜ ਸੀ ਔਰ ਨਾਲ ਹੀ ਕਹਿ ਰਹੇ ਨੇ ਕਿ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਉਹ ਸਾਰੇ ਵਾਅਦੇ ਅਸੀਂ ਪੂਰੇ ਕਰ ਲਏ ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ